फिर वो मैं डॉक्टर जड़ा लिख के गया ही भी लत्त कट्टनी आ, एक दूसरा डॉक्टर आया स्पैशलिस्ट सरदार जी, मैं उन्होंने रिक्वेस्ट की, मैं कहा जनाब भी मेरी लत्त कट्टन वास्ते कह गए आ ते मैनू 2 महीने की छुट्टी दे दो, मैं घरों आया वा ते दिल च ये सी भई छोटी उम्र दे विच अग लगी। मैं एक दिन इत्थे गल कीती सी उन्हां नाल पुलिस वालियां नाल, मैं कहा भी मैंने तगमे देखे तो उन्होंने सलूट मारिया, जो सलूट मारिया मैं कहा यार तुसीं सलूट क्यों मारिया है, असीं तुहाडे दुश्मन तुसीं साडे दुश्मन, कहंदा नहीं बापू जी ये नहीं गल, तुसीं साडे भरा ते असीं तुहाडे भरा, तुसीं भी किसान हो ते असीं भी किसानां दे पुत्त हो। मैं कहा फिर साडे ते गोली चलाओगे, कहंदे नहीं, फिर मैं कहा जब तुहानूं आर्डर मिलेगा तो क्यों नहीं चलाओगे है, कहंदा नहीं चलावांगे जरूर पर दैने बाएं तां नहीं चलावांगे। ਜਿਨ੍ਹਾਂ ਦਾ ਸ਼ਾਨਾ ਮਤਾ ਇਤਿਹਾਸ ਹੁੰਦਾ ਹੈ ਉਹ ਮੁੜ ਤੋਂ ਸ਼ਾਨਾ ਮਤਾ ਇਤਿਹਾਸ ਜ਼ਰੂਰ ਰਚਦੇ ਨੇ ਤੇ ਇਹ ਉਦਾਹਰਨਾਂ ਸਾਨੂੰ ਇਸ ਸੰਘਰਸ਼ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ। ਸੋ ਤੁਸੀਂ ਦੇਖੋ ਕਿ ਮੇਰੇ ਨਾਲ ਬੈਠੇ ਹੋਏ ਨੇ ਬਜ਼ੁਰਗ ਨੇ ਤੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਨਾ ਚਾਹਾਂਗੇ ਤੇ ਇਹਨਾਂ ਦੇ ਮੈਡਲ ਲੱਗੇ ਹੋਏ ਨੇ, ਸੋ ਇਹਦੇ ਬਾਰੇ ਵੀ ਅਸੀਂ ਜਾਣਨਾ ਚਾਹਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਬਾਬਾ ਜੀ? ਅਮਰਜੀਤ ਸਿੰਘ, ਤੇ ਕਿੱਥੋਂ ਹੋ ਤੁਸੀਂ? ਗੁਰਦਾਸਪੁਰ ਤੋਂ। ਉਮਰ ਕਿੰਨੀ ਹੈ? 85। 85 ਮਤਲਬ 85 ਸਾਲ ਦੀ ਉਮਰ ਹੈ ਤੇ ਤੁਸੀਂ ਇਸ ਸੰਘਰਸ਼ ਦੇ ਵਿੱਚ, ਇਸ ਅੰਦੋਲਨ ਦੇ ਵਿੱਚ ਕਦੋਂ ਤੋਂ ਆਏ ਹੋਏ ਹੋ? 1.5 ਮਹੀਨਾ ਹੋ ਗਿਆ। ਅੱਛਾ, ਮਤਲਬ ਪਹਿਲੇ ਦਿਨ ਤੋਂ ਹੀ ਆਏ ਹੋ ਮੈਨੂੰ ਲੱਗਦਾ। ਹਾਂਜੀ ਹਾਂਜੀ। ਤੁਹਾਡੇ ਇੱਥੇ ਮੈਡਲ ਲੱਗੇ ਹੋਏ ਨੇ, ਇਹ ਕਾਦੇ ਨੇ? ਇਹ ਜੀ ਫੌਜ ਦੇ ਵਿੱਚ ਲੜਾਈਆਂ ਜਿਹੜੀਆਂ ਲੜੀਆਂ ਉਹਨਾਂ ਦੇ ਮੈਡਲ ਆ। ਇੱਕ ਤੇ ਸਨ 62 ਦਾ ਮੈਡਲ ਆ, ਉਦੋਂ ਚਾਈਨਾ ਦੀ ਲੜਾਈ ਲੜੀ ਸੀ ਅਸੀਂ, ਉਦੋਂ ਸੀਗੇ ਮਿੱਸਾਮਰੀ ਤੋਂ ਸੈਲਾ ਦੇ ਉੱਤੇ ਗਏ ਜਿਹਦੀ 16,000 ਫੁੱਟ ਹਾਈਟ ਸੀ, ਉੱਥੇ ਅਸੀਂ ਤੋਪਾਂ ਫਿੱਟ ਕੀਤੀਆਂ, ਮੈਂ ਤੋਪਖਾਨੇ ਦੇ ਵਿੱਚ ਸੀ ਤੇ ਸਾਡੇ ਕੁਝ ਫਾਇਰ ਹੁੰਦਿਆਂ ਮਨੀਸ਼ਨ ਮੁੱਕ ਗਿਆ, ਰਾਸ਼ਨ ਵੀ ਮੁੱਕ ਗਿਆ। ਜਿਹੜਾ ਉੱਥੇ ਦਾ ਕਮਾਂਡਰ ਸੀ BM ਕੌਲ, ਉਹ ਦਿੱਲੀ ਆ ਗਿਆ, ਬਿਮਾਰ ਹੋ ਗਏ, ਸਪਲਾਈ ਸਾਡੀ ਟੁੱਟ ਗਈ, ਸਾਨੂੰ ਪਿੱਛੇ ਆਉਣਾ ਪਿਆ ਤੇ ਉੱਥੇ ਮਤਲਬ ਸਾਡਾ ਬ੍ਰਿਗੇਡੀਅਰ ਸਾਹਿਬ ਰਹਿ ਗਏ। ਉਹਨਾਂ ਨੂੰ ਮੇਰੇ CO ਸਾਹਿਬ ਨੇ ਕਿਹਾ ਵੀ ਅਮਰਜੀਤ ਸਿੰਘ ਤੂੰ ਉਹਨਾਂ ਨੂੰ ਲੈ ਕੇ ਆ। ਮੈਂ ਉਹਨਾਂ ਨੂੰ ਲੈਣ ਗਿਆ ਤੇ ਉੱਥੇ ਉਹਨਾਂ ਦਾ ਕਬਜ਼ਾ ਹੋ ਗਿਆ ਸੀ, ਮੈਨੂੰ ਉਹਨਾਂ ਅਰੈਸਟ ਕਰ ਲਿਆ, ਮੇਰੀ ਗੱਡੀ ਵੀ ਲੈ ਲਈ, ਮੇਰੀ ਸਟੇਨ ਵੀ ਲੈ ਲਈ, ਮੈਨੂੰ ਅਰੈਸਟ ਕਰ ਲਿਆ, ਮੇਰੀਆਂ ਅੱਖਾਂ ਬੰਨ੍ਹ ਲਈਆਂ, ਬੰਨ੍ਹ ਕੇ ਕੋਈ 2 ਕਿਲੋਮੀਟਰ ਉਹ ਲੈ ਕੇ ਗਏ ਮੈਨੂੰ। ਉੱਥੇ ਫਿਰ ਜਾ ਕੇ ਅੱਖਾਂ ਖੋਲ੍ਹ ਦਿੱਤੀਆਂ, ਉੱਥੇ ਹੋਰ ਵੀ ਸਾਡੇ ਜਵਾਨ ਸੀਗੇ ਅਰੈਸਟ ਹੋਏ। ਉੱਥੋਂ ਫਿਰ ਸਾਨੂੰ ਲਾਸ਼ਾ ਲੈ ਗਏ ਦਲਾਈ ਲਾਮੇ ਦੀ ਰਾਜਧਾਨੀ ਜੀ, ਪੈਦਲ ਮਤਲਬ ਬੂਟ ਲਾ ਲਏ ਤੇ ਜਰਾਬਾਂ ਵੀ ਲਾ ਲਈਆਂ, ਬਰਫ਼ ਦੇ ਉੱਤੇ ਫਿਰ ਤੋੜ ਕੇ ਖੜਿਆ ਹੈ। ਬਹੁਤ ਤਸੀਹੇ ਦਿੱਤੇ ਉਹਨਾਂ ਨੇ, ਕੁਝ ਨਹੀਂ 2 ਦਿਨ ਕੁਝ ਨਹੀਂ ਖਾਣ ਨੂੰ ਦਿੱਤਾ, ਅਸੀਂ ਮੂਲੀਆਂ ਦੇ ਪੱਤੇ ਪੁੱਤੇ ਖਾਂਦੇ ਰਹੇ। ਉੱਥੋਂ ਲਾਸ਼ਾ ਜਦੋਂ ਪਹੁੰਚੇ ਆ ਤੇ ਉੱਥੇ ਫਿਰ ਉਹਨਾਂ ਨੇ ਚੌਲਾਂ ਦਾ ਪਾਣੀ ਜਿਹੜਾ ਹੁੰਦਾ ਪਿੱਛ ਜਿਹਨੂੰ ਕਹਿੰਦੇ ਆ, ਤੇ ਉਹਦੇ ਵਿੱਚ ਲੂਣ ਪਾ ਕੇ ਤੇ ਇੰਨੇ ਚੌਲ ਪਾ ਕੇ ਸਾਨੂੰ ਦਿੰਦੇ, ਉਹ ਫਿਰ ਸਾਨੂੰ ਦਿੰਦੇ ਰਹੇ, ਉਹ ਫਿਰ ਅਸੀਂ ਖਾਂਦੇ ਰਹੇ। ਉਦੋਂ ਬਾਅਦ ਲੜਾਈ ਜਿਹੜੀ ਸੀ ਉਹ ਹਟ ਗਈ। ਜਦੋਂ ਲੜਾਈ ਹਟ ਗਈ ਤੇ ਫਿਰ ਸਾਡੀ ਰੈੱਡ ਕਰਾਸ ਪਾਰਟੀ, ਇੱਕ ਡਾਕਟਰ ਮਹਿਕਮਾ ਹੁੰਦਾ ਵਾ, ਉਹ ਫਿਰ ਗਿਆ ਉੱਥੇ, ਉਹਨਾਂ ਫਿਰ ਸਾਡੀਆਂ ਟਰੀਟਮੈਂਟਾਂ ਕੀਤੀਆਂ, ਜਿਹੜੇ ਜ਼ਖਮੀ ਸੀ ਉਹਨਾਂ ਨੂੰ ਪੱਟੀਆਂ ਕੀਤੀਆਂ, ਜਿਹੜੇ ਬਿਮਾਰ ਸੀ ਦਵਾਵਾਂ ਦਿੱਤੀਆਂ। ਫਿਰ ਉਹਨਾਂ ਆਰਮੀ ਹੈੱਡਕੁਆਟਰ 'ਚ ਰਿਪੋਰਟ ਭੇਜੀ ਵੀ ਸਾਡੇ ਜਵਾਨ ਜਿਹੜੇ ਆ ਇਸ ਹਾਲਾਤ ਦੇ ਵਿੱਚ ਆ। ਫਿਰ ਇੱਧਰੋਂ ਰਾਸ਼ਨ ਗਿਆ ਪੰਜਾਬ 'ਚੋਂ ਅੰਮ੍ਰਿਤਸਰੋਂ ਗਿਆ, ਫਿਰ ਦਿੱਲੀੋਂ ਵੀ ਗਿਆ, ਬੰਬਿਓਂ ਵੀ ਆਇਆ, ਫਿਰ ਰਾਸ਼ਨ ਖੁੱਲ੍ਹਾ ਮਿਲਦਾ ਰਿਹਾ। ਫਿਰ 9 ਮਹੀਨੇ ਬਾਅਦ ਜਦੋਂ ਮਤਲਬ ਸਮਝੌਤਾ ਹੋ ਗਿਆ, ਫਿਰ ਅਸੀਂ ਵਾਪਸ ਇੰਡੀਆ 'ਚ ਆਏ। ਇੰਡੀਆ 'ਚ ਆਣ ਕੇ ਤੇ ਫਿਰ ਮੇਰੀ ਇੱਥੇ ਗਾਲਾ ਲੱਗ ਗਿਆ ਸੀ ਲੱਤ ਨੂੰ ਬਰਫ਼ ਦਾ, ਅਤੇ ਆਹ ਲੱਤ ਗਲ ਗਈ ਸੀ। ਮੈਨੂੰ ਹਸਪਤਾਲ ਨਖਲਊ ਭੇਜ ਦਿੱਤਾ। ਨਖਲਊ ਜਦੋਂ ਭੇਜਤਾ ਤੇ ਉੱਥੇ ਡਾਕਟਰ ਕਹਿਣ ਲੱਗਾ ਵੀ ਲੱਤ ਬਖਸ਼ਣੀ ਇੱਥੋਂ। ਉਦੋਂ ਮੇਰੀ ਉਮਰ ਬਹੁਤ ਥੋੜ੍ਹੀ ਸੀ, 20-22 ਸਾਲ। 20-22 ਸਾਲ ਉਮਰ ਵਿੱਚ ਹੀ ਤੁਸੀਂ ਐਡਾ ਲੜਾਈ ਦੇਖ ਲਈ ਸੀ? ਫਿਰ ਉਹ ਮੈਂ ਡਾਕਟਰ ਜਿਹੜਾ ਲਿਖ ਕੇ ਗਿਆ ਸੀ ਵੀ ਲੱਤ ਕੱਟਣੀ ਆ, ਇੱਕ ਦੂਸਰਾ ਡਾਕਟਰ ਆਇਆ ਸਪੈਸ਼ਲਿਸਟ ਸਰਦਾਰ ਜੀ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਜਨਾਬ ਵੀ ਮੇਰੀ ਲੱਤ ਕੱਟਣ ਵਾਸਤੇ ਕਹਿ ਗਏ ਆ ਤੇ ਮੈਨੂੰ 2 ਮਹੀਨੇ ਦੀ ਛੁੱਟੀ ਦੇ ਦਿਓ, ਮੈਂ ਘਰੋਂ ਆਇਆ ਵਾਂ। ਤੇ ਦਿਲ 'ਚ ਇਹ ਸੀ ਭਈ ਛੋਟੀ ਉਮਰ ਦੇ ਵਿੱਚ
ਅੱਬ ਲੱਗ ਜਾਣੀ। ਤੁਸੀਂ ਭਾਵੁਕ ਹੋ ਰਹੇ ਹੋ ਤੇ ਇਹ ਵੀ ਚੀਜ਼ ਦੇਖੋ, ਮਤਲਬ ਜਿਸ ਉਮਰ ਦੇ ਵਿੱਚ ਸਾਡੇ ਅੱਜ ਦੇ ਨੌਜਵਾਨ ਘਰੋਂ ਬਾਹਰ ਨਹੀਂ ਨਿਕਲਦੇ ਜਾਂ ਕਹਿ ਲਓ ਸਕੂਲ ਕਾਲਜ ਜਾਂ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ, ਉਸ ਉਮਰ ਦੇ ਵਿੱਚ ਬਾਬਾ ਜੀ ਫੌਜ ਦੇ ਵਿੱਚ ਸੀ ਤੇ ਉਹਨਾਂ ਨੇ ਲੜਾਈ ਦੇਖੀ ਹੈ। ਔਰ ਇਸ ਉਮਰ ਦੇ ਵਿੱਚ ਮੈਂ ਕਹਿੰਦੀ ਹਾਂ ਕਿ ਭੁੱਖੇ ਰਹਿਣਾ, ਫਿਰ ਜਿੱਦਾਂ ਦੱਸ ਰਹੇ ਨੇ ਕਿ ਬਈ ਖਾਣ ਨੂੰ ਕੁਝ ਨਹੀਂ ਮਿਲਿਆ, ਇੰਨੇ ਦੂਰ ਸਾਨੂੰ ਲੈ ਕੇ ਜਾਂਦੇ ਰਹੇ ਤੇ ਲੱਤ ਵੀ ਮਤਲਬ ਵੱਢਣੀ ਪੈ ਸਕਦੀ ਸੀਗੀ, ਤੇ ਫਿਰ ਅੱਗੇ ਡਾਕਟਰ ਨੇ ਕੀ ਕਿਹਾ? ਫਿਰ ਉਹ ਡਾਕਟਰ ਨੇ ਮੈਨੂੰ ਛੁੱਟੀ ਦੇ ਦਿੱਤੀ, ਮੈਂ ਘਰ ਚਲਾ ਗਿਆ। ਜਦੋਂ ਘਰ ਚਲਾ ਗਿਆ ਤੇ ਫਿਰ ਮੇਰੇ ਭਰਾ ਦਾ ਸਹੁਰਾ ਮੇਰੀ ਖਬਰ ਨੂੰ ਆਇਆ। ਉਹ ਕਹਿੰਦਾ ਵੀ ਇਹ ਮੇਰੇ ਪਿੰਡ ਦੇ ਲਾਗੇ ਇੱਕ ਨਾਈ ਆ, ਉਹ ਚੰਬਲ ਦਾ ਇਲਾਜ ਕਰਦਾ ਵਾ, ਮੈਂ ਉਹਨੂੰ ਲੈ ਕੇ ਆਉਣਾ। ਮੇਰੇ ਪਾਪਾ ਜੀ ਕਹਿਣ ਲੱਗੇ ਵੀ ਜਾ ਹੁਣ। ਉਹਨੂੰ ਲੈ ਕੇ ਆਏ। ਉਹਨੂੰ ਜਦੋਂ ਲੈ ਕੇ ਆਏ ਉਦੋਂ ਟੀਕਿਆਂ ਟਾਕਿਆਂ ਦਾ ਕੋਈ ਸਾਧਨ ਨਹੀਂ ਹੁੰਦਾ। ਉਹਨਾਂ ਨੇ 2 ਆਦਮੀ ਲੈ ਕੇ ਮੇਰੀਆਂ ਲੱਤਾਂ ਫੜ ਲੀਆਂ, ਬਾਹਾਂ ਫੜ ਲੀਆਂ, ਸਿਰ ਮੇਰਾ ਦੱਬ ਲਿਆ। ਉਹਨੇ ਸਾਰਾ ਮਾਸ ਉੱਤੋਂ ਗਲਿਆ ਜਿਹੜਾ ਇੱਦਾਂ ਲਾਹਤਾ ਕਰ ਦੇਣਾ। ਬਹੁਤ ਦਰਦ ਹੋਈ। ਜਦੋਂ ਲਾ ਕੇ ਫਿਰ ਉਹਨੇ ਇੱਕ ਛੀਹੀ ਕੱਢੀ, ਉਹ 'ਚੋਂ ਫਿਰ ਚਿੱਟਾ ਪਾਊਡਰ ਕੱਢਿਆ, ਉਹ ਕੱਢ ਕੇ ਦੇ ਉੱਤੇ ਬਰੂਰਿਆ। ਜਦੋਂ ਬਰੂਰਿਆ ਤੇ ਉਹਦੇ ਨਾਲ ਮੇਰੀ ਦਰਦ ਜਿਹੜੀ ਸੀ ਬੰਦ ਹੋ ਗਈ। ਫਿਰ ਉਹਨੇ ਨਾ ਕਹਿੰਦਾ ਵੀ ਇੱਕ ਕੁੱਜੀ ਲਿਆਓ, ਇੱਕ ਹੱਡ ਕੱਢਿਆ ਉਹਨੇ ਝੋਲੇ 'ਚੋਂ, ਉਹ ਕੱਢ ਕੇ ਨਿੱਘਾ ਕਰਕੇ ਕੁੱਜੀ 'ਚ ਪਾਇਆ। ਕਹਿੰਦਾ ਹੁਣ ਪਾਥੀਆਂ ਲਿਆਓ, ਪਾਥੀਆਂ ਦਾ ਪਤਾ ਤੈਨੂੰ? ਹਾਂਜੀ, ਉਹ ਲਿਆਓ। ਉਹ 2 ਟੋਕਰੇ ਆਂਦੇ, ਉਹਨਾਂ ਦੇ ਵਿੱਚ ਉਹ ਰੱਖ ਦਿੱਤੀ। ਜਦੋਂ ਉਹ ਰੱਖ ਦਿੱਤੀ ਤੇ ਉਹ ਫਿਰ ਸਾਰੀ ਰਾਤ ਵਲਦੀ ਰਹੀ ਤੇ ਸਵੇਰੇ ਜਦੋਂ ਕੱਢੀ ਆ ਤੇ ਉਹ ਜਿੱਦਾਂ ਜਵਾਰ ਦੀਆਂ ਖਿੱਲਾਂ ਹੁੰਦੀਆਂ ਇੱਦਾਂ ਹੋ ਗਈ ਹੱਡੀਆਂ। ਜਦੋਂ ਇੱਦਾਂ ਹੋ ਗਈ ਫਿਰ ਉਹਨੇ ਉਹਨੂੰ ਮਤਲਬ ਬਰੀਕ ਕੀਤਾ, ਕੱਪੜ ਛਾਨ ਕਰਤਾ। ਫਿਰ ਕਹਿੰਦਾ ਸਰੋਂ ਦੀ ਬੋਤਲ ਲਿਆਓ। ਫਿਰ ਸਰੋਂ ਆਂਦੀ, ਸਰੋਂ ਦਾ ਤੇਲ ਆਂਦਾ, ਲਿਆਣ ਕੇ ਤੇ ਉਹ ਫਿਰ ਮਲਮ ਬਣਾਈ ਉਹਨੇ। ਮਲਮ ਬਣਾ ਕੇ ਨਾ ਉਹ ਫਿਰ ਦੇ ਗਿਆ। ਫਿਰ ਉਹ ਅਸੀਂ ਲਾਉਂਦੇ ਰਹੇ, ਦਰਦ ਹਟ ਗਈ। ਅੰਗੂਰ ਤੁਰ ਪਿਆ। ਜਦੋਂ ਅੰਗੂਰ ਤੁਰ ਪਿਆ ਫਿਰ ਸਾਨੂੰ ਹੌਸਲਾ ਹੋ ਗਿਆ ਵੀ ਲੱਤ ਠੀਕ ਹੋ ਜਾਏਗੀ। ਮੈਂ 15-20 ਦਿਨਾਂ ਦੇ ਬਾਅਦ ਲੱਤ 'ਤੇ ਭਾਰ ਪਾਉਣ ਲੱਗ ਪਿਆ ਹੈਂ, ਇੱਦਾਂ ਥੋੜ੍ਹਾ ਤੁਰਨ ਲੱਗ ਪਿਆ। ਉਦੋਂ ਬਾਅਦ ਫਿਰ ਉਹ ਆਇਆ, ਫਿਰ ਉਹਨੇ ਦਵਾਈ ਬਣਾਈ, ਫਿਰ ਉਹ ਦਿੱਤੀ ਤੇ ਫਿਰ ਸਾਡੇ ਪਾਪਾ ਜੀ ਨੇ ਪੁੱਛਿਆ ਵੀ ਦੱਸੋ ਤੁਹਾਡੀ ਕੀ ਸੇਵਾ ਕਰੀਏ। ਕਹਿੰਦਾ ਵੀ ਮੈਂ ਤੀਜੀ ਵਾਰ ਆਊਂਗਾ ਤੇ ਫਿਰ ਦੱਸੂਗਾ। ਫਿਰ ਤੀਜੀ ਵਾਰ ਆਇਆ, ਮਲਮ ਬਣਾ ਕੇ ਦੇ ਗਿਆ। ਫਿਰ ਜ਼ਖਮ ਬਹੁਤ ਥੋੜ੍ਹਾ ਰਹਿ ਗਿਆ, ਮਤਲਬ ਅੰਗੂਰ ਆ ਗਿਆ ਸਾਰੇ। ਜਦੋਂ ਆ ਗਿਆ ਨਾ ਫਿਰ ਉਹ ਗਿਆ। ਜਦੋਂ ਜਾਣ ਲੱਗਾ ਫਿਰ ਪੁੱਛਿਆ ਪਾਪਾ ਜੀ ਨੇ ਵੀ ਦੱਸੋ ਤੈਨੂੰ ਕੀ ਸੇਵਾ ਕਰੀਏ ਤੁਹਾਡੀ। ਕਹਿੰਦਾ ਵੀ ਮੈਂ ਨਾ 2 ਬੋਲਾਂ ਰੰਮ ਦੀਆਂ ਲਿਆਉਣੀਆਂ, ਉਹ ਦਵਾਈ ਬਣਾਉਣੀ ਆ ਹੈਂ, ਮਤਲਬ ਦਵਾਈ ਜੇ ਪੈਂਦੀਆਂ ਵਾ। ਅਤੇ ਉਹ ਅਸੀਂ ਉਹਨੂੰ ਦੇ ਦਿੱਤੀਆਂ। ਇੱਕ ਪੱਗ ਦਿੱਤੀ, 10 ਰੁਪਏ ਦਿੱਤੇ। ਬਹੁਤ ਖੁਸ਼ ਹੋਇਆ ਉਹ, ਮਤਲਬ ਲੱਤ ਮੇਰੀ ਠੀਕ ਹੋ ਗਈ। ਮੈਂ ਤੁਰ ਕੇ ਮਤਲਬ ਸਟੇਸ਼ਨ 'ਤੇ ਗਿਆ ਅਤੇ ਗੱਡੀ ਬੈਠਾ। ਉੱਥੋਂ ਵੀ ਮੈਂ ਗਿਆ, ਉੱਥੇ ਗੱਡੀ ਆਈ ਸੀ। ਮੁੜ ਕੇ ਹਸਪਤਾਲ ਗਿਆ ਅਤੇ ਉਹ ਡਾਕਟਰ ਬੜਾ ਹੈਰਾਨ ਹੋਇਆ, ਕਹਿੰਦਾ ਵੀ ਕਿਹਨੇ ਲੱਤ ਠੀਕ ਕਰਤੀ ਆ, ਸਾਡੇ ਕੋਲ ਤਾਂ ਕੱਟ ਵੱਢ ਹੀ ਸੀਗਾ। ਫਿਰ ਮੈਂ ਉਹਨੂੰ ਦੱਸਿਆ, ਕਹਿੰਦਾ ਠੀਕ ਆ, ਦੇਸੀ ਹਕੀਮ ਕਰ ਸਕਦਾ ਸੀ, ਅਸੀਂ ਨਹੀਂ ਕਰ ਸਕਦੇ। ਫਿਰ ਉੱਥੋਂ ਮੈਂ ਪਲਟਨ 'ਚ ਚਲਾ ਗਿਆ। ਜੋ ਪਲਟਨ ਜਾਂਦਾ ਤਾਂ ਹਵਾਲਦਾਰ ਬਣਾਤਾ ਮੈਨੂੰ। ਜਦੋਂ ਹਵਾਲਦਾਰ ਬਣਾਤਾ ਤੇ ਫਿਰ ਮਤਲਬ ਉਹਨਾਂ ਚਿਰ ਨੂੰ ਮਤਲਬ ਪਾਕਿਸਤਾਨ ਦੀ ਲੜਾਈ ਲੱਗ ਗਈ ਸੰਨ 65 ਦੀ। ਜਦੋਂ ਸੰਨ 65 ਦੀ ਲੜਾਈ ਲੱਗ ਗਈ ਅਤੇ ਸਾਨੂੰ ਫਿਰ ਆਰਡਰ ਮਿਲ ਗਿਆ ਵੀ ਤੁਸੀਂ ਲਾਹੌਰ ਬਾਰਡਰ 'ਤੇ ਜਾਓਗੇ। ਅਸੀਂ ਫਿਰ ਜਦੋਂ ਅੰਬਾਲੇ ਆਏ ਅਤੇ ਅੰਬਾਲਿਓਂ ਸਾਨੂੰ ਆਰਡਰ ਮਿਲ ਗਿਆ ਵੀ ਨਹੀਂ ਤੁਸੀਂ ਪਠਾਨਕੋਟ ਸੈਕਟਰ 'ਤੇ ਜਾਓਗੇ। ਅਸੀਂ ਫਿਰ ਇੱਧਰ ਆਣ ਕੇ ਸਿਆਲਕੋਟ ਤੱਕ ਲੜਾਈ ਲੜੀ ਹੈਂ, ਫਿਰ ਜਿੱਤ ਪ੍ਰਾਪਤ ਕੀਤੀ। ਇੱਥੇ ਮਤਲਬ ਇਹਨੇ 70 ਟੈਂਕਾਂ ਦਾ ਐਡਵਾਂਸ ਕੀਤਾ ਸੀ ਪਾਕਿਸਤਾਨ ਨੇ, ਅਤੇ ਸਾਡੇ ਏਅਰ ਮਾਰਸ਼ਲ ਅਰਜਨ ਸਿੰਘ ਸੀ, ਉਹਨੇ 70 ਹਵਾਈ ਜਹਾਜ਼ ਚੜ੍ਹਾਏ ਸੀਗੇ। ਇੱਕ ਟੈਂਕ ਦੇ ਮਗਰ ਇੱਕ ਹਵਾਈ ਜਹਾਜ਼, ਸਾਰੇ ਟੈਂਕ ਬਰਬਾਦ ਕਰਤੇ ਉਹਨੂੰ ਹਾਰ ਖਾਣੀ ਪਈ। ਫਿਰ ਅਸੀਂ ਵਾਪਸ ਝਾਂਸੀ ਚਲੇ ਗਏ। ਜਦੋਂ ਝਾਂਸੀ ਚਲੇ ਗਏ ਤਾਂ ਫਿਰ 71 ਦੀ ਲੜਾਈ ਲੱਗ ਗਈ। ਜਦੋਂ 71 ਦੀ ਲੜਾਈ ਲੱਗੀ ਆ ਤਾਂ ਫਿਰ ਝਾਂਸੀਓਂ ਆਏ ਅਸੀਂ ਬਾਈ ਟ੍ਰੇਨ। ਸਾਡੇ ਉੱਪਰ 2 ਜਹਾਜ਼ ਆ ਰਹੇ ਸੀ, ਲੜਾਕੂ ਜਹਾਜ਼, ਜਿਹੜੇ ਵੀ ਇਹਨਾਂ ਦਾ ਨੁਕਸਾਨ ਨਾ ਹੋਵੇ। ਜਦੋਂ ਅੰਬਾਲੇ ਪਹੁੰਚੇ ਅਤੇ ਸਾਨੂੰ ਆਰਡਰ ਮਿਲਿਆ ਗੁਰਦਾਸਪੁਰ ਸੈਕਟਰ 'ਤੇ ਜਾਓਗੇ। ਅਸੀਂ ਫਿਰ ਚੱਕੀ ਬੈਂਕ ਉਤਰੇ, ਆਣ ਕੇ ਉਤਰ ਕੇ ਅਤੇ ਫਿਰ ਰਾਤ ਅਸੀਂ ਇੱਕ ਨਾਲੇ ਦੇ ਵਿੱਚ ਰਹੇ। ਦੂਏ ਰਾਤ ਮੋਰਚਾਬੰਦੀ ਕੀਤੀ। ਤੀਜੀ ਰਾਤ ਮੋਰਚੇ ਦੇ ਵਿੱਚ ਗੰਨਾਂ ਤੋਪਾਂ ਸੁੱਟ ਦਿੱਤੀਆਂ ਹੈਂ, ਤੋਪਾਂ ਸੁੱਟੀਆਂ ਨੂੰ 4 ਦਿਨ ਹੋ ਗਏ ਸੀ ਅਤੇ ਲੜਾਈ ਸ਼ੁਰੂ ਹੋ ਗਈ।
ਜਦੋਂ ਲੜਾਈ ਸ਼ੁਰੂ ਹੋ ਗਈ ਤੇ ਅੱਗੋਂ ਇਨਫੈਂਟਰੀਆਂ ਵਾਲੇ ਫਾਇਰ ਮੰਗਦੇ ਸੀ, ਉਹ ਪੈਦਲ ਫੌਜ ਜਿਹੜੀ ਹੁੰਦੀ ਆ, ਤੇ ਅਸੀਂ ਫਾਇਰ ਕਰ ਨਹੀਂ ਸਕਦੇ ਜਿੰਨਾ ਇੱਕ ਰਾਸ਼ਟਰਪਤੀ ਆਰਡਰ ਨਹੀਂ ਦਿੰਦਾ। ਫਿਰ ਰਾਸ਼ਟਰਪਤੀ ਨੇ ਆਰਡਰ ਦਿੱਤਾ, ਫਿਰ ਫਾਇਰ ਕੀਤਾ। ਪਹਿਲਾ ਫਾਇਰ ਅਸੀਂ ਦੀਨਾ ਨਗਰੋਂ ਕੀਤਾ, ਦੀਨਾ ਨਗਰੋਂ ਕਰਕੇ ਫਿਰ ਦੂਜਾ ਅਟੈਕ ਜਾ ਕੇ ਮਰਾੜਿਓਂ ਕੀਤਾ, ਰਾਵੀ ਦੇ ਕੰਢੇ ਤੋਂ। ਤੀਜਾ ਅਟੈਕ ਪਾਕਿਸਤਾਨ 'ਚ ਦਾਖਲ ਹੋ ਕੇ ਨੈਣੇਕੋਟ ਇੱਕ ਪਿੰਡ ਵਾ, ਉੱਥੇ ਜਾ ਕੇ ਕੀਤਾ। ਛੱਕੜਗੜ੍ਹ ਤੱਕ ਅਸੀਂ ਕਲੀਅਰ ਕਰ ਲਿਆ। ਜਦੋਂ ਛੱਕੜਗੜ੍ਹ ਕਲੀਅਰ ਕਰ ਲਿਆ ਤੇ ਫਿਰ ਸੀਜ਼ ਫਾਇਰਿੰਗ ਹੋ ਗਈ। ਮਤਲਬ ਤੁਸੀਂ ਇੱਦਾਂ ਦੀਆਂ ਲੜਾਈਆਂ ਦੇਖੀਆਂ ਨੇ ਜਿਹੜੀਆਂ ਕਿ ਜਿਹਦੇ ਬਾਰੇ ਅਸੀਂ ਸੋਚਦੇ ਵੀ ਹਾਂ, ਜਾਂ ਜਦੋਂ ਅਸੀਂ ਆਪਣੇ ਬਜ਼ੁਰਗਾਂ ਕੋਲੋਂ ਸੁਣਦੇ ਹਾਂ ਤਾਂ ਦਿਲ ਕੰਬ ਜਾਂਦਾ, ਤੇ ਤੁਸੀਂ ਉਹ ਲੜਾਈਆਂ ਲੜੀਆਂ ਹੋਈਆਂ ਨੇ। ਤੇ ਅੱਜ ਜਦੋਂ ਹੁਣ ਫਿਰ ਇੱਕ ਲੜਾਈ ਅਸੀਂ ਇੱਥੇ ਲੜ ਰਹੇ ਹਾਂ, ਚਾਹੇ ਸਾਡੇ ਕੋਲ ਹਥਿਆਰ ਨਹੀਂ, ਅਸੀਂ ਹਥਿਆਰਾਂ ਦੀ ਲੜਾਈ ਨਹੀਂ ਲੜ ਰਹੇ ਹਾਂ। ਹਾਂਜੀ, ਇੱਥੇ ਦੀ ਲੜਾਈ ਤੇ ਉੱਥੇ ਦੀ ਲੜਾਈ 'ਚ ਕਿਵੇਂ ਦਾ ਫਰਕ? ਇੱਥੇ ਇਹ ਤੇ ਸਾਡੀ ਘਰ ਦੀ ਲੜਾਈ ਆ, ਉਹ ਸਾਡੀ ਦੁਸ਼ਮਣ ਦੀ ਲੜਾਈ ਸੀਗੀ। ਤੇ ਪਰ ਹੁਣ ਇਸ ਮੌਕੇ ਇਹ ਵੀ ਦੁਸ਼ਮਣ ਸਾਡਾ ਬਣ ਗਿਆ ਵਾ। ਇਹਨੇ ਹਥਿਆਰਬੰਦ ਫੌਜਾਂ ਅੱਗੇ ਖੜੀਆਂ ਕੀਤੀਆਂ ਵਾ, ਅਸੀਂ ਖਾਲੀ ਹੱਥਾਂ 'ਚ ਆ। ਅਸੀਂ ਸ਼ਾਂਤੀ ਪ੍ਰੂਫ ਲੜਾਈ ਲੜ ਰਹੇ ਹਾਂ। ਇਹ ਹਥਿਆਰਾਂ ਨਾਲ ਲੜਾਈ ਸਾਡੇ ਨਾਲ ਲੜ ਰਿਹਾ ਵਾ। ਮੈਂ ਇੱਕ ਦਿਨ ਇੱਥੇ ਗੱਲ ਕੀਤੀ ਸੀ ਉਹਨਾਂ ਨਾਲ, ਪੁਲਿਸ ਵਾਲਿਆਂ ਨਾਲ। ਮੈਂ ਕਿਹਾ ਵੀ ਮੈਨੇ ਤਗਮੇ ਦੇਖੇ ਤੇ ਉਹਨਾਂ ਸਲੂਟ ਮਾਰਿਆ। ਜਦੋਂ ਸਲੂਟ ਮਾਰਿਆ ਮੈਂ ਕਿਹਾ ਯਾਰ ਤੁਸੀਂ ਸਲੂਟ ਕਿਉਂ ਮਾਰਿਆ ਹੈ? ਅਸੀਂ ਤੁਹਾਡੇ ਦੁਸ਼ਮਣ, ਤੁਸੀਂ ਸਾਡੇ ਦੁਸ਼ਮਣ। ਕਹਿੰਦਾ ਨਹੀਂ ਬਾਪੂ ਜੀ, ਇਹ ਨਹੀਂ ਗੱਲ, ਤੁਸੀਂ ਸਾਡੇ ਭਰਾ ਤੇ ਅਸੀਂ ਤੁਹਾਡੇ ਭਰਾ। ਤੁਸੀਂ ਵੀ ਕਿਸਾਨ ਹੋ ਤੇ ਅਸੀਂ ਵੀ ਕਿਸਾਨਾਂ ਦੇ ਪੁੱਤ ਹਾਂ। ਮੈਂ ਕਿਹਾ ਫਿਰ ਸਾਡੇ ਤੇ ਗੋਲੀ ਚਲਾਓਗੇ? ਕਹਿੰਦੇ ਨਹੀਂ। ਫਿਰ ਮੈਂ ਕਿਹਾ ਜਦ ਤੁਹਾਨੂੰ ਆਰਡਰ ਮਿਲੇਗਾ ਤੇ ਕਿਉਂ ਨਹੀਂ ਚਲਾਓਗੇ ਹੈ? ਕਹਿੰਦਾ ਨਹੀਂ ਚਲਾਵਾਂਗੇ ਜ਼ਰੂਰ, ਪਰ ਦਾਹਿਨੇ ਬਾएं ਤਾਂ ਨੂੰ ਚਲਾਵਾਂਗੇ, ਕੋਈ ਬੰਦੇ 'ਚ ਨਹੀਂ ਮਾਰਾਂਗੇ। ਕਹਿਣ ਦਾ ਇਹ ਹੈ ਕਿ ਜਿਹੜੇ ਫੌਜੀ ਜਵਾਨ ਵੀ ਜਿਹੜੇ ਹਜੇ ਡਿਊਟੀਆਂ ਨਿਭਾ ਰਹੇ ਨੇ, ਉਹ ਵੀ ਸਾਡੇ ਨਾਲ ਨੇ। ਉਹ ਚਾਹੇ ਸਰਕਾਰ ਦਾ ਹੁਕਮ ਹੋਵੇਗਾ, ਔਰ ਪਤਾ ਨਹੀਂ ਹੋ ਵੀ ਸਕਦਾ ਆ, ਤੇ ਜੇਕਰ ਹੋਏਗਾ ਤੇ ਉਹ ਸਾਡੇ ਤੇ ਗੋਲੀਆਂ ਕਦੇ ਨਹੀਂ ਚਲਾਉਣਗੇ। ਨਹੀਂ ਚਲਾਉਣਗੇ, ਉਹ ਕਹਿੰਦੇ ਨਹੀਂ ਚਲਾਵਾਂਗੇ। ਇੱਥੇ ਤੁਸੀਂ ਜਦ ਆਏ ਹੋ, ਮਤਲਬ 1.5 ਮਹੀਨਾ ਹੋ ਗਿਆ ਤੁਹਾਨੂੰ ਆਇਆਂ ਨੂੰ, ਹੋਰ ਕੀ ਕੀ ਦੇਖਦੇ ਹੋ ਇੱਥੇ? ਕਿਉਂਕਿ ਸਾਡੇ ਬਜ਼ੁਰਗ ਬੈਠੇ ਹੋਏ ਨੇ, ਠੰਡ ਦੇ ਵਿੱਚ ਬਾਰਿਸ਼ ਹੋਈ ਹੈ ਨਾ, ਤੇ ਵੈਸੇ ਉੱਦਾਂ ਹੋਰ ਕੋਈ ਤਕਲੀਫ ਨਹੀਂ ਹੈਗੀ, ਪਰ ਠੰਡ ਜਿੱਦਾਂ ਅਸੀਂ ਦੇਖਦੇ ਸੀ ਵੀ ਧੁੰਦ ਬਹੁਤ ਜ਼ਿਆਦਾ ਸੀ ਸਵੇਰੇ, ਤੇ ਕਿਵੇਂ ਦਾ ਲੱਗਦਾ ਹੈ? ਦਿਲ ਤਾਂ ਮਤਲਬ ਕੰਬ ਜਿਹਾ ਜਾਂਦਾ ਹੈ। ਨਹੀਂ ਬੇਟਾ, ਮਹਾਰਾਜ ਵੱਲੋਂ ਇੰਨੀ ਸ਼ਕਤੀ ਹੈ ਨਾ, ਮੇਰੀਆਂ ਲੱਤਾਂ ਦੁਖਦੀਆਂ ਹੁੰਦੀਆਂ ਸੀ, ਇੱਥੇ ਆਣ ਕੇ ਕੋਈ ਦੁੱਖ ਨਹੀਂ ਹੋਇਆ, ਤੇ ਕੋਈ ਠੰਡ ਮਲੂਮ ਨਹੀਂ, ਕੋਈ ਭੁੱਖ ਮਲੂਮ ਨਹੀਂ। ਬੜੇ ਮਜ਼ੇ ਦੇ ਨਾਲ ਇੱਥੇ ਰਹਿ ਰਹੇ ਆ। ਹੁਣ ਪਰਿਵਾਰ ਵੀ ਆਇਆ ਨਾਲ, ਇਕੱਲੇ ਹੀ ਹੋ? ਹਾਂਜੀ, ਪਰਿਵਾਰ ਨਾਲ ਆਇਆ ਕਿ ਇਕੱਲੇ ਹੀ ਹੋ? ਨਹੀਂ ਜੀ, ਮੇਰੀ ਨੂੰਹ ਆ, ਇਹ ਮੇਰਾ ਪੋਤਾ ਵਾ, ਇਹ ਪੋਤੀ ਆ। ਹਾਂਜੀ। ਤੇ ਤੁਹਾਨੂੰ ਮਨਾ ਨਹੀਂ ਕੀਤਾ ਵੀ ਇੱਕ ਤਾਂ ਠੰਡ ਹੈ, ਉੱਤੋਂ ਦੀ ਇੰਨੇ ਦਿਨਾਂ ਤੋਂ ਤੁਸੀਂ ਆਏ ਹੋ, 85 ਸਾਲ ਉਮਰ ਹੈ, ਕਿ ਨਹੀਂ ਬਾਬਾ ਜੀ ਤੁਸੀਂ ਰਹਿਣ ਦਿਓ, ਨਹੀਂ ਜਾਣਾ? ਮਨਾ ਨਹੀਂ ਕੀਤਾ? ਮਨਾ ਕੀਤਾ। ਮੈਂ ਕਿਹਾ ਨਹੀਂ, ਇਹ 'ਚ ਪੰਜਵੀਂ ਲੜਾਈ ਲੜਨੀ ਆ। ਫਿਰ ਮੈਂ ਇਹਨਾਂ ਨੂੰ ਇਹ ਵੀ ਗੱਲ ਕਹੀ ਵੀ ਜੇ ਮੈਂ ਸ਼ਹੀਦ ਹੋ ਗਿਆ, ਤੁਸੀਂ ਰੋਣਾ ਨਹੀਂ, ਜੰਕਾਰੇ ਛੱਡਣੇ। ਜਿੱਦਾਂ ਗੁਰੂ ਗੋਬਿੰਦ ਸਿੰਘ ਦੇ ਲਾਲ ਸ਼ਹੀਦ ਹੋਏ ਸੀ ਨਾ, ਤੇ ਉਹਨਾਂ ਨੇ ਉੱਚੀ ਜਗ੍ਹਾ ਚੜ੍ਹ ਕੇ ਜੰਕਾਰੇ ਛੱਡੇ ਸੀ, ਉੱਦਾਂ ਮੈਂ ਕਿਹਾ ਜੰਕਾਰੇ ਛੱਡਣੇ। ਬਹੁਤ ਸੋਹਣੀ ਗੱਲ ਕਹੀ ਹੈ ਤੁਸੀਂ। ਤੇ ਸਾਡੇ ਬਜ਼ੁਰਗਾਂ ਦਾ ਹੌਸਲਾ ਤੁਸੀਂ ਦੇਖੋ ਕਿ ਇੰਨਾ ਜ਼ਿਆਦਾ ਹੌਸਲਾ ਲੈ ਕੇ ਇਸ ਅੰਦੋਲਨ ਦੇ ਵਿੱਚ ਲੜਾਈ ਲੜ ਰਹੇ ਨੇ। ਤੇ ਇਹਨਾਂ ਦੇ ਜਿਹੜੇ ਪੁੱਤਾ ਪੋਤੀ ਨੇ ਨਾਲ ਨੇ, ਇਹਨਾਂ ਦੇ ਜਿਹੜੇ ਨੌਂ ਨੇ ਉਹ ਵੀ ਨਾਲ ਨੇ, ਇਹਨਾਂ ਨਾਲ ਗੱਲ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਜਦੋਂ ਬਾਬਾ ਜੀ, ਪਹਿਲਾਂ ਤਾਂ ਲੜਾਈਆਂ ਇਹਨਾਂ ਨੇ 4 ਲੜੀਆਂ ਹੋਈਆਂ ਨੇ, ਹੁਣ ਕਹਿੰਦੇ ਅਸੀਂ 5ਵੀਂ ਲੜਾਈ ਲੜ ਕੇ ਜਾਵਾਂਗੇ, ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਸਾਨੂੰ ਬੜਾ ਗਰਵ ਮਹਿਸੂਸ ਹੁੰਦਾ ਹੈ ਨੇ ਆਪਣੇ ਪਾਪਾ ਜੀ ਤੇ, ਕਿ ਇਹਨਾਂ ਨੇ ਪਹਿਲਾਂ ਵੀ ਲੜਾਈਆਂ ਲੜੀਆਂ ਤੇ ਉਹ ਜਿੱਤੀਆਂ ਵੀ ਨੇ, ਤੇ ਸਾਨੂੰ ਹੁਣ ਪੂਰਾ ਵਿਸ਼ਵਾਸ ਹੈ ਕਿ ਅਸੀਂ ਹੁਣ ਵੀ ਜਿੱਤਾਂਗੇ, ਹੈ ਨਾ। ਕਿਉਂਕਿ ਇੱਕ ਤੇ ਸਾਡੀ ਸਿੱਖ ਕੌਮ ਜਿਹੜੀ ਆ, ਇਹ ਹੈ ਹੀ ਸ਼ਹਾਦਤਾਂ ਹੁੰਦੀਆਂ ਨੇ, ਆਪਾਂ ਆਪਣੀ ਕਾਮਯਾਬੀ ਹਾਸਿਲ ਕਰਦੇ ਹੀ ਕਰਦੇ ਆ। ਤੇ ਪਹਿਲਾਂ ਵੀ ਸਾਡੇ ਮਤਲਬ ਪਹਿਲਾਂ ਅਸੀਂ 19 ਵਾਰ ਦਿੱਲੀ ਨੂੰ ਜਿੱਤਿਆ ਹੋਇਆ ਆ, ਹੈ ਨਾ। ਤੇ ਉਹ ਸ਼ਾਂਤਮਈ ਨਾਲ ਨਹੀਂ ਸੀ, ਚਲੋ, ਪਰ ਹੁਣ ਤੇ ਆਪਾਂ ਸ਼ਾਂਤਮਈ ਨਾਲ ਹੀ ਗੱਲ ਕਰ ਰਹੇ ਹਾਂ, ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਜਿੱਤਾਂਗੇ ਹੀ ਜਿੱਤਾਂਗੇ। ਜੀ, ਬੱਚੇ ਤੁਹਾਡੇ ਨਾਲ ਨੇ, ਤੇ ਫਿਰ ਬਜ਼ੁਰਗੋ ਬੱਚਿਆਂ ਨੂੰ ਕਿਵੇਂ ਸਿੱਖਿਆ ਦਿੰਦੇ ਹੋ? ਕਿਉਂਕਿ ਤੁਸੀਂ ਤਾਂ ਆਪਣੇ ਮਤਲਬ ਲਾਈਫ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਦੇਖਿਆ ਆ। ਬੱਚੇ ਮੇਰੇ ਨਾਲ ਅੱਗੇ ਆ, ਹੈ ਜਿੰਨਾ ਮੇਰੀ ਕੁਰਬਾਨੀ ਹੈ ਨਾ, ਉਨੇ ਹੀ ਬੱਚੇ ਕਰਨਗੇ। ਇਹਨਾਂ ਨਾਲ ਵੀ ਗੱਲ ਕਰੂੰਗੀ ਇਹਨਾਂ ਨਾਲ ਗੱਲ ਕਿ ਤੁਸੀਂ ਇੱਥੇ ਆਏ ਹੋ, ਕੀ ਜਾਣਦੇ ਹੋ ਇਸ ਅੰਦੋਲਨ ਦੇ ਬਾਰੇ? ਇੱਥੇ ਆ ਕੇ ਕੀ ਦੇਖਦੇ ਹੋ?
ਬੜਾ ਵਧੀਆ ਮਹਿਸੂਸ ਹੁੰਦਾ ਹੈ। ਇੱਥੇ ਜਿਹੜੇ 3 ਕਾਲੇ ਕਾਨੂੰਨ ਮੋਦੀ ਨੇ ਸਾਡੇ ਤੇ ਲਾਗੂ ਕੀਤੇ ਉਹ ਅਸੀਂ ਰੱਦ ਕਰਵਾਉਣ ਲਈ ਆਏ ਹਾਂ ਤੇ ਰੱਦ ਕਰਵਾ ਕੇ ਜਾਵਾਂਗੇ, ਜਾਂ ਜਿੱਤਾਂਗੇ ਤੇ ਜਾਂ ਮਰਾਂਗੇ। ਕਿਹਨੇ ਸਿਖਾਇਆ ਤੁਹਾਨੂੰ? ਇਹ ਸਿਖਾਉਣ ਮੰਮਾ ਸਿਖਾਉਂਦੇ ਆ। ਉਹ ਦੱਸਦੇ ਨੇ, ਸਾਰਾ ਇਤਿਹਾਸ ਦੱਸਦੇ ਨੇ। ਹਾਂਜੀ, ਸਾਰਾ ਇਤਿਹਾਸ ਦੱਸਦੇ ਨੇ, ਕਿੱਦਾਂ ਸਾਡੇ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਸ਼ਹੀਦੀਆਂ ਹੋਈਆਂ ਨੇ, ਸਾਰਾ ਕੁਝ ਦੱਸਦੇ ਨੇ। ਮਤਲਬ ਬਾਪੂ ਜੀ ਦੇ ਕੋਲੋਂ ਕੀ ਸਿੱਖਦੇ ਹੁੰਦੇ ਹੋ? ਕਿਉਂਕਿ ਅੱਜ ਕੱਲ ਤਾਂ ਬੱਚੇ ਬੈਠਦੇ ਹੀ ਨਹੀਂ, ਫੋਨ ਤੇ ਲੱਗੇ ਰਹਿੰਦੇ। ਤੁਸੀਂ ਬੈਠਦੇ ਹੁੰਦੇ ਹੋ ਬਾਪੂ ਜੀ? ਹਾਂਜੀ, ਆਪਾਂ ਮਿਲ ਕੇ ਜਾਂਦੇ ਆ ਜਦੋਂ ਵੀ ਜਾਂਦੇ ਆ। ਇੱਥੇ ਪਾਪਾ ਜੀ ਦੇ ਕੋਲ ਹੀ ਹੁੰਨੇ ਆ ਆਪਾਂ। ਤੇ ਦੇਖੋ ਬਈ ਕਿ ਪੂਰੇ ਦੇ ਪੂਰੇ ਪਰਿਵਾਰ ਜਿਹੜੇ ਨੇ ਉਹ ਇੱਥੇ ਆਏ ਹੋਏ ਨੇ, ਔਰ ਇਹ ਨਹੀਂ ਹੈਗਾ ਕਿ ਆ ਕੇ ਮੁੜ ਰਹੇ ਨੇ, ਇੱਥੇ ਬੈਠੇ ਨੇ ਔਰ ਲੋਕਾਂ ਦਾ ਵੀ ਹੌਸਲਾ ਵਧਾ ਰਹੇ ਨੇ। ਤੇ ਬਾਪੂ ਜੀ ਹੁਣਾਂ ਵਰਗੇ ਲੋਕ ਜਿਹੜੇ ਆ ਉਹੀ ਅੱਜ ਮੈਨੂੰ ਲੱਗਦਾ ਕਿ ਇੱਥੇ ਜਿੰਨੇ ਵੀ ਨੌਜਵਾਨ ਨੇ, ਬੱਚੇ ਨੇ, ਉਹਨਾਂ ਦਾ ਹੌਸਲਾ ਅਫਜ਼ਾਈ ਕਰ ਰਹੇ ਨੇ। ਤੇ ਬਹੁਤ ਬਹੁਤ ਧੰਨਵਾਦ ਬਾਪੂ ਜੀ। ਸੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੈਸਟੋਰੈਂਟ ਟੀਵੀ। Thank you.